प्यारे बच्चों, ਅੱਜ ਆਪਾਂ 8ਵੀਂ ਕਲਾਸ ਦਾ ਪਾਠ 10ਵਾਂ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦਾ ਪਹਿਲਾ ਭਾਗ ਪੜ੍ਹਨ ਜਾ ਰਹੇ ਹਾਂ। ਵਪਾਰਵਾਦ ਅਤੇ ਵਪਾਰਿਕ ਯੁੱਧ। ਪ੍ਰਾਚੀਨ ਕਾਲ ਤੋਂ ਹੀ ਭਾਰਤ ਦੇ ਯੂਰਪੀ ਦੇਸ਼ਾਂ ਨਾਲ ਵਪਾਰਿਕ ਸੰਬੰਧ ਸਥਾਪਿਤ ਸਨ। ਭਾਰਤ ਯੂਰਪੀ ਵਪਾਰ ਦੇ ਤਿੰਨ ਮੁੱਖ ਰਸਤੇ ਸਨ। ਇਹ ਰਸਤੇ 15ਵੀਂ ਸਦੀ ਵਿੱਚ ਪੱਛਮੀ ਏਸ਼ੀਆ ਅਤੇ ਦੱਖਣੀ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਤੁਰਕਾਂ ਦਾ ਸਾਮਰਾਜ ਸਥਾਪਿਤ ਹੋ ਜਾਣ ਕਾਰਨ ਬੰਦ ਹੋ ਗਏ। ਇਸ ਕਰਕੇ ਯੂਰਪੀ ਦੇਸ਼ਾਂ ਨੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਕਾਲੀਕਟ ਵਿਖੇ ਪਹੁੰਚਿਆ। ਇਸ ਤੋਂ ਉਤਸ਼ਾਹਿਤ ਹੋ ਕੇ ਪੁਰਤਗਾਲੀਆਂ ਨੇ ਭਾਰਤ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਤਾਂ ਬੱਚਿਓ ਵਾਸਕੋ ਡੀ ਗਾਮਾ ਦੀ ਫੋਟੋ ਆ ਜਿਹੜਾ ਸਭ ਤੋਂ ਪਹਿਲਾਂ ਯੂਰਪ ਤੋਂ ਭਾਰਤ ਪਹੁੰਚਿਆ ਸੀ। ਵਪਾਰ ਯੁੱਧ। ਪੁਰਤਗਾਲੀਆਂ ਤੋਂ ਬਾਅਦ ਡੱਚ, ਅੰਗਰੇਜ਼ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣਾ ਵਪਾਰਿਕ ਸੰਬੰਧ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਹਨਾਂ ਦੁਆਰਾ ਭਾਰਤ ਨਾਲ ਵਪਾਰ ਕਰਨ ਕਾਰਨ ਉਹਨਾਂ ਵਿੱਚ ਆਪਸੀ ਯੁੱਧ ਸ਼ੁਰੂ ਹੋ ਗਏ। ਹੌਲੀ ਹੌਲੀ ਉਹਨਾਂ ਨੇ ਭਾਰਤ ਵਿੱਚ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ। ਪੁਰਤਗਾਲੀਆਂ ਦੀਆਂ ਪ੍ਰਮੁੱਖ ਬਸਤੀਆਂ ਗੋਆ, ਦਮਨ, ਸਾਲਸੈਟ, ਬਾਸੀਨ, ਮੁੰਬਈ ਅਤੇ ਹੁਗਲੀ ਸਨ, ਜਦਕਿ ਡੱਚਾਂ ਦੀਆਂ ਬਸਤੀਆਂ ਕੋਚੀਨ, ਸੂਰਤ, ਨਾਗਾਪਟਨਮ, ਪੁਲੀਕਟ ਅਤੇ ਚਿਨਸੁਰਾ। ਅੰਗਰੇਜ਼ਾਂ ਦੀਆਂ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ, ਆਗਰਾ, ਬੰਬਈ ਅਤੇ ਕਲਕੱਤਾ ਸਨ। ਫਰਾਂਸੀਸੀਆਂ ਦੀਆਂ ਬਸਤੀਆਂ ਪਾਂਡੀਚੇਰੀ, ਚੰਦਰਨਗਰ ਅਤੇ ਕਾਰੀਗਲ ਸਨ। 17ਵੀਂ ਸਦੀ ਤੱਕ ਪੁਰਤਗਾਲੀਆਂ ਅਤੇ ਡੱਚਾਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ ਸੀ। ਇਸ ਕਰਕੇ ਅੰਗਰੇਜ਼ ਅਤੇ ਫਰਾਂਸੀਸੀਆਂ ਸ਼ਕਤੀਆਂ ਵਿਚਕਾਰ ਭਾਰਤ ਵਿੱਚ ਯੂਰਪੀ ਵਪਾਰ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ। ਅੰਤ ਵਿੱਚ ਅੰਗਰੇਜ਼ਾਂ ਦੀ ਜਿੱਤ ਹੋ ਗਈ। ਤਾਂ ਬੱਚਿਓ ਤੁਸੀਂ ਆਹ ਦੇਖ ਰਹੇ ਹੋ ਫੋਟੋ ਦੇ ਵਿੱਚ ਜਿੰਨਾ ਵੀ ਹਰਾ ਹਰਾ ਤੁਹਾਨੂੰ ਦਿਖ ਰਿਹਾ ਸਾਰਾ ਪੁਰਤਗਾਲੀਆਂ ਦਾ ਇਲਾਕਾ ਹੁੰਦਾ ਸੀ ਕਿਸੇ ਸਮੇਂ। ਇਹ ਸਾਰਾ ਭਾਰਤ ਦਾ ਮੈਪ ਹੈਗਾ। ਇੱਕ ਹੋਰ ਫੋਟੋ ਨਾਲ ਉਹਦੇ ਵਿੱਚ ਡੱਚ ਅਤੇ ਪੁਰਤਗਾਲੀ ਦੋਵਾਂ ਦੇ ਜਿਹੜੀਆਂ ਬਸਤੀਆਂ ਸੀ ਉਹਨਾਂ ਨੂੰ ਦਿਖਾਇਆ ਗਿਆ ਆ। ਆਹ ਜਿਹੜਾ ਲਾਲ ਰੰਗ ਦਾ ਨਕਸ਼ਾ ਹੈ ਇਹ ਬ੍ਰਿਟਿਸ਼ ਅੰਪਾਇਰ ਹੈ, ਦੇਖੋ ਸਾਰੇ ਭਾਰਤ ਵਿੱਚ ਫੈਲ ਗਿਆ ਸੀ। ਅਤੇ ਇੱਕ ਪਾਸੇ ਫਰੈਂਚ ਇੰਡੀਆ ਲਿਖਿਆ, ਯਾਨੀ ਫਰਾਂਸੀਸੀ ਸ਼ਕਤੀਆਂ ਹੈਗੀਆਂ। ਮਾਹੇ, ਕਾਰੀਕਲ, ਪੌਂਡੀਚੇਰੀ, ਅਨੌਨ, ਚੰਦੇ ਮੈਗੂਰ ਇਹ ਉਹਨਾਂ ਦੇ ਖੇਤਰ ਸੀ। ਯਾਨੀ ਸਭ ਤੋਂ ਵੱਧ ਜਿਹੜਾ ਆ ਬ੍ਰਿਟਿਸ਼ ਰਾਜ ਭਾਰਤ ਦੇ ਵਿੱਚ ਫੈਲਿਆ ਆ। ਬਾਕੀ ਸਾਰੇ ਸਿਰਫ ਸਮੁੰਦਰੀ ਇਲਾਕੇ ਇਹਦੇ ਨਾਲ ਤੱਕ ਹੀ ਰਹੇ ਆ ਅਤੇ ਉਸ ਤੋਂ ਬਾਅਦ ਉਹ ਸਮਾਪਤ ਹੋ ਗਿਆ। ਅੰਗਰੇਜ਼ੀ ਈਸਟ ਇੰਡੀਆ ਕੰਪਨੀ। ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਮਹਾਰਾਣੀ ਐਲਿਜ਼ਾਬੇਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ 15 ਸਾਲ ਦਾ ਏਕਾਧਿਕਾਰ ਦੇ ਦਿੱਤਾ। ਤਾਂ ਬੱਚਿਆਂ ਦੇਖਿਓ ਮਰਚੈਂਟ ਐਡਵੈਂਚਰ ਇੱਕ ਹਾਲ ਹੈਗਾ ਜਿਹੜਾ ਇੰਗਲੈਂਡ ਦੇ ਵਿੱਚ ਬਣਿਆ, ਉਹਦੇ ਵਿੱਚ ਉੱਥੋਂ ਦੀਆਂ ਫੋਟੋਜ਼ ਹੈਗੀਆਂ। ਇਹ ਉਹ ਲੋਕ ਹੈ ਜਿਹੜੇ ਰਲ ਕੇ ਵਪਾਰ ਕਰਦੇ ਸੀ। ਇਹਨਾਂ ਨੇ ਹੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਤਾਂ ਭਾਰਤ ਵਿੱਚ ਯੂਰਪੀ ਸ਼ਕਤੀਆਂ ਥੱਲੇ ਦੇਖੋ ਲਿਖਿਆ ਹੋਇਆ ਸਾਈਡ ਦੇ ਉੱਤੇ ਜਿੱਥੇ ਨੀਲਾ ਨੀਲਾ ਅੰਗਰੇਜ਼ੀ, ਡੱਚ, ਫਰਾਂਸੀਸੀ ਅਤੇ ਪੁਰਤਗਾਲੀ ਇਹ ਨਕਸ਼ੇ ਦੇ ਵਿੱਚ ਭਰਨ ਵਾਸਤੇ ਤੁਹਾਡੇ ਲਈ ਬੇਟਾ ਹੈਗਾ। 1615 ਈਸਵੀ ਵਿੱਚ ਕੰਪਨੀ ਦਾ ਪ੍ਰਤੀਨਿਧ ਸਰ ਥਾਮਸ ਰੇ ਜਹਾਂਗੀਰ ਤੋਂ ਵਪਾਰਿਕ ਸਹੂਲਤਾਂ ਲੈਣ ਲਈ ਸਫਲ ਹੋਇਆ। ਇਹ ਗੱਲ ਕਰ ਰਹੇ ਅਸੀਂ ਈਸਟ ਇੰਡੀਆ ਕੰਪਨੀ ਦੀ। ਅੰਗਰੇਜ਼ਾਂ ਨੇ ਆਪਣੀਆਂ ਵਪਾਰਿਕ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ ਅਤੇ ਆਗਰੇ ਵਿੱਚ ਸਥਾਪਿਤ ਕੀਤੀਆਂ। 1640 ਈਸਵੀ ਵਿੱਚ ਅੰਗਰੇਜ਼ਾਂ ਨੇ ਮਦਰਾਸ ਜਿਹੜਾ ਕਿ ਹੁਣ ਚੇਨਈ ਹੈ ਵਿਖੇ ਇੱਕ ਬਸਤੀ ਸਥਾਪਿਤ ਕੀਤੀ। 1690 ਈਸਵੀ ਵਿੱਚ ਅੰਗਰੇਜ਼ਾਂ ਨੇ ਕਲਕੱਤੇ ਵਿਖੇ ਬਸਤੀ ਸਥਾਪਿਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦੀ ਉਸਾਰੀ ਕੀਤੀ। 1717 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ ਮੁਗਲ ਸਮਰਾਟ ਫਾਰੂਖਸ਼ੀਰ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ 3000 ਰੁਪਏ ਦਾ ਸਾਲਾਨਾ ਕਰ ਦੇ ਬਦਲੇ ਬਿਨਾਂ ਚੁੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ। ਅੰਗਰੇਜ਼ ਭਾਰਤ ਵਿੱਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ ਅਤੇ ਭਾਰਤ ਤੋਂ ਸੂਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫੀਮ ਮੰਗਵਾਉਂਦੇ ਸਨ। ਹੌਲੀ ਹੌਲੀ ਅੰਗਰੇਜ਼ਾਂ ਨੇ
ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਭਾਰਤ ਵਿੱਚ ਇੱਕ ਸਰਵਉੱਚ ਸ਼ਕਤੀ ਬਣ ਗਏ। ਤਾਂ ਬੱਚਿਓ, ਥਾਮਸ ਰੇ ਦੀ ਫੋਟੋ ਹੈ ਔਰ ਬਾਦਸ਼ਾਹ ਜਹਾਂਗੀਰ ਬੈਠਾ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਨੇ ਸਮਝੌਤਾ ਕਰਕੇ ਤੇ ਵਪਾਰ ਸ਼ੁਰੂ ਕੀਤਾ ਸੀ। ਫਰਾਂਸੀਸੀ ਈਸਟ ਇੰਡੀਆ ਕੰਪਨੀ। ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਤੋਂ ਪਿੱਛੋਂ 1664 ਈਸਵੀ ਵਿੱਚ ਫਰਾਂਸੀਸੀਆਂ ਨੇ ਭਾਰਤ ਵਿੱਚ ਆਪਣੇ ਵਪਾਰਿਕ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਇਸ ਕੰਪਨੀ ਨੇ ਚੰਦਰਨਗਰ, ਮਾਹੀ ਅਤੇ ਕਾਰੀਕਲ ਵਿਖੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ। ਡੂਮਾ ਅਤੇ ਡੁਪਲੇ ਫਰਾਂਸੀਸੀ ਗਵਰਨਰਾਂ ਦੀ ਅਗਵਾਈ ਹੇਠ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਬੜੀ ਉੱਨਤੀ ਹੋਈ। ਫਰਾਂਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਫਰਾਂਸੀਸੀਆਂ ਨਾਲ ਸੰਘਰਸ਼ ਸ਼ੁਰੂ ਕਰ ਦਿੱਤਾ। ਤਾਂ ਬੱਚਿਓ, ਮੈਪ ਆਪਾਂ ਪਹਿਲਾਂ ਵੀ ਦੇਖਿਆ, ਇਹ ਸਾਰੀਆਂ ਫਰਾਂਸੀਸੀ ਬਸਤੀਆਂ ਸੀ ਜਿੱਥੇ ਫਰਾਂਸੀਸੀਆਂ ਨੇ ਆ ਕੇ ਕਬਜ਼ਾ ਕੀਤਾ। ਐਂਗਲੋ ਫਰਾਂਸੀਸੀ ਦੁਸ਼ਮਣੀ। ਅੰਗਰੇਜ਼ ਅਤੇ ਫਰਾਂਸੀਸੀਆਂ ਵਿਚਾਲੇ ਭਾਰਤ ਵਿੱਚ ਆਪਣੀ ਵਪਾਰਿਕ ਅਤੇ ਰਾਜਨੀਤਿਕ ਸਰਵਉੱਚਤਾ ਕਾਇਮ ਕਰਨ ਲਈ ਸੰਘਰਸ਼ ਸ਼ੁਰੂ ਹੋ ਗਿਆ। ਇਸ ਸੰਘਰਸ਼ ਦੇ ਅਧੀਨ ਕਰਨਾਟਕ ਵਿੱਚ 3 ਯੁੱਧ ਹੋਏ ਜਿਨ੍ਹਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ। ਇਹਨਾਂ 3 ਯੁੱਧਾਂ ਦਾ ਵਿਸਤਾਰਪੂਰਵਕ ਵਰਣਨ ਅੱਗੇ ਲਿਖੇ ਅਨੁਸਾਰ ਕੀਤਾ ਜਾਂਦਾ ਹੈ। ਤਾਂ ਬੱਚਿਓ, ਕਰਨਾਟਕ ਦਾ ਪਹਿਲਾ ਯੁੱਧ 1746 ਵਿੱਚ ਸ਼ੁਰੂ ਹੋਇਆ ਅਤੇ 48 ਵਿੱਚ ਖਤਮ ਹੋਇਆ। ਅੰਗਰੇਜ਼ੀ ਅਤੇ ਫਰਾਂਸੀਸੀ ਕੰਪਨੀਆਂ ਇੱਕ ਦੂਜੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੀਆਂ ਸਨ। ਇਸ ਕਰਕੇ 1744 ਈਸਵੀ ਵਿੱਚ ਆਸਟ੍ਰੇਲੀਆ ਦੇ ਉੱਤਰਾਧਿਕਾਰੀ ਸੰਬੰਧੀ ਝਗੜੇ ਕਾਰਨ ਯੂਰਪ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਦੇ ਸਿੱਟੇ ਵਜੋਂ ਭਾਰਤ ਵਿੱਚ ਵੀ ਇਹਨਾਂ ਦੋਹਾਂ ਸ਼ਕਤੀਆਂ ਵਿਚਕਾਰ ਪਹਿਲਾ ਕਰਨਾਟਕ ਯੁੱਧ ਸ਼ੁਰੂ ਹੋ ਗਿਆ। ਤੇ ਪਹਿਲੇ ਕਰਨਾਟਕ ਯੁੱਧ ਦੀ ਫੋਟੋ ਹੈਗੀ ਬੱਚਿਓ। 1746 ਈਸਵੀ ਵਿੱਚ ਫਰਾਂਸੀਸੀ ਗਵਰਨਰ ਡੁਪਲੇ ਨੇ ਮਦਰਾਸ ਵਿਖੇ ਅੰਗਰੇਜ਼ਾਂ ਦੀ ਬਸਤੀ ਉੱਤੇ ਅਧਿਕਾਰ ਕਰ ਲਿਆ ਜੋ ਕਿ ਅਜੋਕੇ ਕਰਨਾਟਕ ਰਾਜ ਵਿੱਚ ਸਥਿਤ ਸੀ। ਕਰਨਾਟਕ ਦੇ ਨਵਾਬ ਅਨਵਰੁਦੀਨ ਨੇ ਫਰਾਂਸੀਸੀਆਂ ਨੂੰ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਦੇਣ ਲਈ ਕਿਹਾ, ਪਰੰਤੂ ਜਦੋਂ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਅੰਗਰੇਜ਼ਾਂ ਨੇ ਬਦਲੇ ਵਿੱਚ ਪਾਂਡੀਚੇਰੀ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਅਸਫਲ ਰਹੇ। ਜਿਉਂ ਹੀ ਯੂਰਪ ਵਿੱਚ ਆਸਟਰੀਆ ਦਾ ਯੁੱਧ ਸਮਾਪਤ ਹੋਇਆ ਤਾਂ ਸਿੱਟੇ ਵਜੋਂ ਭਾਰਤ ਵਿੱਚ ਵੀ ਯੁੱਧ ਸਮਾਪਤ ਹੋ ਗਿਆ। ਤਾਂ ਬੱਚਿਓ, ਫੋਟੋ ਹੈਗੀ ਡੁਪਲੇ ਦੀ ਤੇ ਦੂਜੇ ਪਾਸੇ ਅਨਵਰੁਦੀਨ ਨਵਾਬ ਦੀ। ਕਰਨਾਟਕ ਦਾ ਦੂਸਰਾ ਯੁੱਧ। ਕਰਨਾਟਕ ਦੇ ਪਹਿਲੇ ਯੁੱਧ ਤੋਂ ਬਾਅਦ ਕਰਨਾਟਕ ਅਤੇ ਹੈਦਰਾਬਾਦ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਸ਼ੁਰੂ ਹੋਏ ਯੁੱਧ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਇੱਕ ਦੂਜੇ ਦੇ ਵਿਰੋਧੀਆਂ ਦੀ ਸਹਾਇਤਾ ਕੀਤੀ। ਇਸ ਕਾਰਨ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਵਿੱਚ ਕਰਨਾਟਕ ਦਾ ਦੂਜਾ ਯੁੱਧ ਸ਼ੁਰੂ ਹੋਇਆ। 1748 ਈਸਵੀ ਵਿੱਚ ਹੈਦਰਾਬਾਦ ਦੇ ਨਿਜ਼ਾਮ ਆਸਿਫ ਸ਼ਾਹ ਦੀ ਮੌਤ ਹੋ ਗਈ। ਉਸ ਦੇ ਪੁੱਤਰ ਨਾਸਿਰ ਜੰਗ ਅਤੇ ਦੋਤੇ ਮੁਜ਼ੱਫਰ ਜੰਗ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਨੇ ਨਾਸਿਰ ਜੰਗ ਅਤੇ ਫਰਾਂਸੀਸੀਆਂ ਨੇ ਮੁਜ਼ੱਫਰ ਜੰਗ ਦੀ ਸਹਾਇਤਾ ਕੀਤੀ। ਇਸ ਤਰ੍ਹਾਂ ਚੰਦਾ ਸਾਹਿਬ ਫਰਾਂਸੀਸੀਆਂ ਦੀ ਸਹਾਇਤਾ ਨਾਲ ਨਵਾਬ ਅਨਵਰੁਦੀਨ ਨੂੰ ਹਟਾ ਕੇ ਕਰਨਾਟਕ ਦਾ ਨਵਾਬ ਬਣ ਗਿਆ। 1751 ਈਸਵੀ ਵਿੱਚ ਜਦੋਂ ਮੁਜ਼ੱਫਰ ਜੰਗ ਦੀ ਮੌਤ ਹੋਈ ਤਾਂ ਫਰਾਂਸੀਸੀਆਂ ਨੇ ਸਲਾਬਤ ਜੰਗ ਨੂੰ ਹੈਦਰਾਬਾਦ ਦਾ ਨਵਾਬ ਬਣਾ ਦਿੱਤਾ। ਉਸ ਨੇ ਉੱਤਰੀ ਸਰਕਾਰ ਦੇ ਕੁਝ ਇਲਾਕੇ ਫਰਾਂਸੀਸੀਆਂ ਨੂੰ ਸੌਂਪ ਦਿੱਤੇ। ਇਸ ਦੌਰਾਨ ਇੱਕ ਅੰਗਰੇਜ਼ ਅਧਿਕਾਰੀ ਰਾਬਰਟ ਕਲਾਈਵ ਨੇ ਕਰਨਾਟਕ ਦੀ ਰਾਜਧਾਨੀ ਆਰਕਾਟ ਉੱਤੇ ਹਮਲਾ ਕਰ ਦਿੱਤਾ। ਚੰਦਾ ਸਾਹਿਬ ਨੂੰ ਮਾਰ ਦਿੱਤਾ ਗਿਆ ਅਤੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਨਵਾਬ ਬਣਾ ਦਿੱਤਾ ਗਿਆ। ਡੁਪਲੇ ਨੂੰ ਵਾਪਸ ਫਰਾਂਸ ਬੁਲਾ ਲਿਆ ਗਿਆ ਅਤੇ ਉਸ ਦੀ ਥਾਂ ਗੋਰਡੇਹਿਊ ਨੂੰ ਗਵਰਨਰ ਨਿਯੁਕਤ ਕੀਤਾ ਗਿਆ। ਅਤੇ ਬੱਚਿਓ, ਫੋਟੋ ਆ ਰਾਬਰਟ ਕਲਾਈਵ ਹੈ ਅਤੇ ਦੂਜੇ ਪਾਸੇ ਚੰਦਾ ਸਾਹਿਬ ਆ, ਉਹ ਵਿੱਚ ਬੈਠੇ ਆਲੇ ਦੁਆਲੇ ਉਹ ਜਿਹੜਾ ਅੰਗਰੇਜ਼ਾਂ ਨੇ ਉਹਨਾਂ ਨੂੰ ਘੇਰਿਆ ਸੀ। ਤੀਸਰਾ ਯੁੱਧ ਕਰਨਾਟਕ ਦਾ। 1756 ਈਸਵੀ ਵਿੱਚ ਯੂਰਪ ਵਿੱਚ ਇੰਗਲੈਂਡ ਅਤੇ ਫਰਾਂਸ ਵਿਚਕਾਰ 7 ਸਾਲਾ ਯੁੱਧ ਸ਼ੁਰੂ ਹੋ ਗਿਆ। ਇਸ ਲਈ ਭਾਰਤ ਵਿੱਚ ਵੀ ਇਹਨਾਂ ਦੋਹਾਂ ਸ਼ਕਤੀਆਂ ਵਿਚਾਲੇ ਯੁੱਧ ਸ਼ੁਰੂ ਹੋਇਆ। ਫਰਾਂਸ ਦੀ ਸਰਕਾਰ ਨੇ ਭਾਰਤ ਵਿੱਚ ਅੰਗਰੇਜ਼ੀ ਸ਼ਕਤੀ ਨੂੰ ਖਤਮ ਕਰਨ ਲਈ 1758 ਈਸਵੀ ਵਿੱਚ ਕਾਊਂਟ ਡੀ ਲਾਲੀ ਨੂੰ ਭਾਰਤ ਭੇਜਿਆ, ਪਰੰਤੂ ਉਹ ਅਸਫਲ ਰਿਹਾ। 1764 ਈਸਵੀ ਵਿੱਚ ਯੂਰਪ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿੱਚ ਪੈਰਿਸ ਦੀ ਸੰਧੀ ਹੋਈ ਅਤੇ ਇਸ ਪ੍ਰਕਾਰ ਯੁੱਧ ਦਾ ਅੰਤ ਹੋ ਗਿਆ। ਸਿੱਟੇ ਵਜੋਂ ਭਾਰਤ ਵਿੱਚ ਵੀ ਦੋਹਾਂ ਸ਼ਕਤੀਆਂ ਵਿੱਚ ਚੱਲ ਰਹੇ ਯੁੱਧ ਦੀ ਸਮਾਪਤੀ ਹੋ ਗਈ।
ਇਸ ਸੰਧੀ ਅਨੁਸਾਰ ਪਾਂਡੀਚੇਰੀ ਅਤੇ ਮਾਹੀ ਆਦਿ ਬਸਤੀਆਂ ਫਰਾਂਸੀਸੀਆਂ ਨੂੰ ਵਾਪਸ ਕਰ ਦਿੱਤੀਆਂ ਗਈਆਂ, ਪਰੰਤੂ ਉਹਨਾਂ ਨੂੰ ਇਹਨਾਂ ਬਸਤੀਆਂ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਨਾ ਦਿੱਤੀ। ਹੁਣ ਉਹ ਭਾਰਤ ਵਿੱਚ ਕੇਵਲ ਵਪਾਰ ਹੀ ਕਰ ਸਕਦੇ ਸਨ। ਇਸ ਤਰ੍ਹਾਂ ਭਾਰਤ ਵਿੱਚ ਫਰਾਂਸੀਸੀਆਂ ਦਾ ਪ੍ਰਭਾਵ ਖਤਮ ਹੋ ਗਿਆ ਅਤੇ ਅੰਗਰੇਜ਼ੀ ਕੰਪਨੀ ਦੀ ਸਰਵਉੱਚਤਾ ਕਾਇਮ ਹੋ ਗਈ। ਤਾਂ ਬੱਚਿਓ, ਤੀਸਰੇ ਕਰਨਾਟਕ ਯੁੱਧ ਦੀ ਤਸਵੀਰ ਆ ਦੇਖੋ, ਥਾਮਸ ਆਰਥਰ, ਕਾਉਂਟ ਡੀ ਲਾਲੀ, ਜਿਨ੍ਹਾਂ ਨੂੰ ਇੰਗਲੈਂਡ ਤੋਂ ਇਸ ਲੜਾਈ ਲਈ ਭੇਜਿਆ ਗਿਆ ਸੀ। ਅੰਗਰੇਜ਼ਾਂ ਦੁਆਰਾ ਬੰਗਾਲ ਦੀ ਜਿੱਤ। ਅੰਗਰੇਜ਼ ਲੰਬੇ ਸਮੇਂ ਤੋਂ ਬੰਗਾਲ ਨਾਲ ਵਪਾਰ ਕਰ ਰਹੇ ਸਨ। 1717 ਈਸਵੀ ਵਿੱਚ ਮੁਗਲ ਬਾਦਸ਼ਾਹ ਫਾਰੂਕ ਸ਼ੇਰ ਨੇ ਈਸਟ ਇੰਡੀਆ ਕੰਪਨੀ ਨੂੰ 3000 ਰੁਪਏ ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦੇ ਦਿੱਤੀ ਸੀ, ਪਰੰਤੂ ਉਹ ਆਪਣੇ ਨਿੱਜੀ ਵਪਾਰ ਤੋਂ ਵੀ ਕੋਈ ਕਰ ਨਹੀਂ ਦਿੰਦੇ ਸਨ। ਨਵਾਬ ਸਿਰਾਜੁੱਦੌਲਾ ਇਹ ਸਹਿਣ ਨਹੀਂ ਕਰ ਸਕਦਾ ਸੀ, ਕਿਉਂਕਿ ਇਸ ਨਾਲ ਖਜ਼ਾਨੇ ਨੂੰ ਬਹੁਤ ਘਾਟਾ ਪੈ ਰਿਹਾ ਸੀ। 1756 ਈਸਵੀ ਵਿੱਚ ਨਵਾਬ ਸਿਰਾਜੁੱਦੌਲਾ ਬੰਗਾਲ ਦਾ ਨਵਾਬ ਬਣਿਆ। ਬੰਗਾਲ ਦੀ ਵਪਾਰਿਕ ਪੱਖ ਤੋਂ ਬੜੀ ਮਹੱਤਤਾ ਸੀ, ਇਸ ਲਈ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਕਲਕੱਤੇ ਵਿੱਚ ਕਿਲ੍ਹੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰੰਤੂ ਨਵਾਬ ਸਿਰਾਜੁੱਦੌਲਾ ਇਸ ਨੂੰ ਸਹਿਣ ਨਾ ਕਰ ਸਕਿਆ, ਕਿਉਂਕਿ ਇਸ ਨਾਲ ਉਸ ਦੇ ਰਾਜ ਨੂੰ ਖਤਰਾ ਹੋ ਸਕਦਾ ਸੀ। ਇਸ ਲਈ ਉਸ ਨੇ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੂੰ ਕਿਲ੍ਹਾਬੰਦੀ ਕਰਨ ਤੋਂ ਰੋਕਿਆ। ਫਰਾਂਸੀਸੀਆਂ ਨੇ ਸਿਰਾਜੁੱਦੌਲਾ ਦੀ ਗੱਲ ਮੰਨ ਲਈ, ਜਦਕਿ ਅੰਗਰੇਜ਼ਾਂ ਨੇ ਨਾਂਹ ਕਰ ਦਿੱਤੀ। ਸਿਰਾਜੁੱਦੌਲਾ ਨੇ ਨਾਰਾਜ਼ ਹੋ ਕੇ ਕਲਕੱਤਾ ਵਿਖੇ ਅੰਗਰੇਜ਼ਾਂ ਦੀਆਂ ਬਸਤੀਆਂ 'ਤੇ ਅਧਿਕਾਰ ਕਰ ਲਿਆ। ਕੁਝ ਸਮੇਂ ਪਿੱਛੋਂ ਅੰਗਰੇਜ਼ਾਂ ਨੇ ਆਪਣੀਆਂ ਬਸਤੀਆਂ ਉੱਤੇ ਮੁੜ ਕਬਜ਼ਾ ਕਰ ਲਿਆ। ਇਸ ਕਰਕੇ ਸਿਰਾਜੁੱਦੌਲਾ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਲਈ ਕਲਕੱਤੇ ਵੱਲ ਚੱਲ ਪਿਆ। ਕਲਾਈਵ ਨੇ ਸਿਰਾਜੁੱਦੌਲਾ ਦੀ ਫੌਜ ਨੂੰ ਹਰਾ ਦਿੱਤਾ। ਇਸ ਕਰਕੇ ਸਿਰਾਜੁੱਦੌਲਾ ਨੇ ਅੰਗਰੇਜ਼ਾਂ ਨਾਲ ਸੰਧੀ ਕਰ ਲਈ, ਜੋ ਕਿ ਪਲਾਸੀ ਦੀ ਲੜਾਈ ਦਾ ਕਾਰਨ ਬਣੀ। ਅੱਗੇ ਬੱਚੇ, ਪਲਾਸੀ ਦੀ ਲੜਾਈ ਹੈ 1757 ਈਸਵੀ ਜਿਹੜੀ ਹੋਈ। ਪਲਾਸੀ ਨਾਮੀ ਸਥਾਨ ਉੱਤੇ 23 ਜੂਨ 1757 ਈਸਵੀ ਨੂੰ ਸਿਰਾਜੁੱਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿੱਚ ਲੜਾਈ ਹੋਈ। ਮੀਰ ਜਾਫਰ ਅਤੇ ਰਾਏ ਦੁਰਲੱਭ ਨੇ ਲੜਾਈ ਵਿੱਚ ਹਿੱਸਾ ਨਾ ਲਿਆ, ਕਿਉਂਕਿ ਇਹਨਾਂ ਦੇਸ਼ ਦਰੋਹੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਨਵਾਬ ਵਿਰੁੱਧ ਗੱਠਜੋੜ ਕੀਤਾ ਹੋਇਆ ਸੀ। ਨਵਾਬ ਲੜਾਈ ਵਿੱਚ ਹਾਰ ਗਿਆ। ਤਾਂ ਬੱਚੇ, ਫੋਟੋ ਇੱਕ ਪਾਸੇ ਸਿਰਾਜੁੱਦੌਲਾ ਦੀ ਫੋਟੋ ਹੈ, ਦੂਜੇ ਪਾਸੇ ਰਾਬਰਟ ਕਲਾਈਵ ਦੀ। ਇਹਨਾਂ ਦੋਹਾਂ ਦੇ ਕਰਕੇ ਹੀ ਜਿਹੜਾ ਪਲਾਸੀ ਦੀ ਲੜਾਈ 1757 'ਚ ਹੋਈ। ਅੰਗਰੇਜ਼ਾਂ ਨੇ ਇਸ ਨੂੰ ਯਾਨੀ ਸਿਰਾਜੁੱਦੌਲਾ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ। ਇਸ ਕਰਕੇ ਕਲਾਈਵ ਨੇ ਮੀਰ ਜਾਫਰ ਨੂੰ ਬੰਗਾਲ ਦੀ ਰਾਜਗੱਦੀ ਉੱਤੇ ਸਿਰਾਜੁੱਦੌਲਾ ਦੀ ਥਾਂ 'ਤੇ ਬਿਠਾ ਦਿੱਤਾ। ਉਹ ਅੰਗਰੇਜ਼ਾਂ ਦੇ ਹੱਥ ਵਿੱਚ ਇੱਕ ਕਠਪੁਤਲੀ ਮਾਤਰ ਸੀ। ਰਾਜ ਦੀ ਵਾਸਤਵਿਕ ਸ਼ਕਤੀ ਅੰਗਰੇਜ਼ੀ ਗਵਰਨਰ ਕਲਾਈਵ ਦੇ ਹੱਥ ਵਿੱਚ ਸੀ। ਉਸ ਨੇ ਨਵਾਬ ਮੀਰ ਜਾਫਰ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੇ ਜਵਾਈ ਨਵਾਬ ਮੀਰ ਕਾਸਿਮ ਨੂੰ ਗੱਦੀ 'ਤੇ ਬਿਠਾ ਦਿੱਤਾ। ਮੀਰ ਕਾਸਿਮ ਨੇ ਨਵਾਬ ਬਣਨ ਤੋਂ ਪਿੱਛੋਂ ਜਲਦੀ ਹੀ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਸੈਨਿਕਾਂ ਨੂੰ ਯੁੱਧ ਦੀ ਆਧੁਨਿਕ ਢੰਗ ਨਾਲ ਸਿਖਲਾਈ ਦੇਣ ਲਈ ਯੂਰਪੀ ਅਫਸਰਾਂ ਦੀ ਨਿਯੁਕਤੀ ਕੀਤੀ। ਮੀਰ ਕਾਸਿਮ ਨੇ ਭਾਰਤੀ ਵਪਾਰੀਆਂ ਦੇ ਮਾਲ ਉੱਤੇ ਲਏ ਜਾਣ ਵਾਲੇ ਕਰਾਂ ਨੂੰ ਵੀ ਘੱਟ ਕਰ ਦਿੱਤਾ, ਤਾਂ ਕਿ ਅੰਗਰੇਜ਼ ਅਤੇ ਭਾਰਤੀ ਵਪਾਰੀ ਇੱਕੋ ਜਿਹੇ ਨਿਯਮਾਂ ਤਹਿਤ ਵਪਾਰ ਕਰ ਸਕਣ। ਇਸ ਨਾਲ ਅੰਗਰੇਜ਼ਾਂ ਨੂੰ ਬਹੁਤ ਹਾਨੀ ਹੋਈ ਅਤੇ ਉਹਨਾਂ ਨੇ ਮੀਰ ਕਾਸਿਮ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ 1763 ਈਸਵੀ ਵਿੱਚ ਕਟਵਾ, ਘੇਰੀਆ, ਸੂਤੀ ਅਤੇ ਉਦੇਨਾਲਾ ਦੇ ਸਥਾਨਾਂ 'ਤੇ ਹਰਾ ਦਿੱਤਾ ਸੀ। ਨਵਾਬ ਮੀਰ ਕਾਸਿਮ ਬੰਗਾਲ ਤੋਂ ਭੱਜ ਕੇ ਅਵਧ ਪਹੁੰਚ ਗਿਆ। ਇਸ ਤਰ੍ਹਾਂ ਬੱਚਿਓ, ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਵਿੱਚ ਵਪਾਰ ਦੇ ਰਾਹੀਂ ਭਾਰਤੀ ਖੇਤਰਾਂ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਲਿਆ, ਜਿਸ ਦਾ ਉਦਾਹਰਨ ਇਸ ਭਾਗ ਵਿੱਚ ਪਲਾਸੀ ਦੀ ਲੜਾਈ ਨੂੰ ਮੰਨਿਆ ਜਾ ਸਕਦਾ ਆ, ਜੋ ਬਹੁਤ ਮਹੱਤਵਪੂਰਨ ਹੈ ਤੁਹਾਡੇ ਲਈ। ਅਤੇ ਤੁਸੀਂ ਬੱਚਿਓ ਧਿਆਨ ਨਾਲ ਇਸ ਵੀਡੀਓ ਨੂੰ ਦੁਬਾਰਾ ਵੀ ਦੇਖਣਾ ਹੈ ਅਤੇ ਸਮਝਣਾ ਹੈ। ਧੰਨਵਾਦ।